ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹ ਥਾ ਜਗ ਲੰਘਣਹਾਰਾ। ਇਹ ਬੋਲ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਹਨ। ਬਾਬਾ ਮੰਝ ਜੀ ਦੇ ਪਰਥਾਏ ਉਹਨਾਂ ਨੇ ਇਹ ਮੁਖਾਰਬਿੰਦ ਤੋਂ ਆਪਣੇ ਤੋਂ ਸ਼ੁਭ ਬੋਲ ਬੋਲੇ ਸਨ ਕਿ ਮੰਝ ਗੁਰੂ ਨੂੰ ਪਿਆਰਾ ਹੈ। ਮੰਝ ਗੁਰੂ ਦਾ ਜਹਾਜ਼ ਹੈ ਤੇ ਜਿਹੜਾ ਮੰਝ ਦੇ ਜਹਾਜ਼ ਦੇ ਵਿੱਚ ਚੜ੍ਹੇਗਾ ਉਹ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਵੇਗਾ। ਗੁਰੂ ਪਿਆਰੀ ਸਾਧ ਸੰਗਤ, ਬਾਬਾ ਮੰਝ ਜੀ ਜਿਹੜੇ ਕਿ ਹਰ ਸਾਲ ਆਪਣੇ ਨਗਰ ਤੋਂ ਸੰਗਤ ਨੂੰ ਲੈ ਕੇ ਸਖੀ ਸਰਵਰ ਦੇ ਦਰਸ਼ਨ ਕਰਨ ਲਈ ਜਾਂਦੇ ਸਨ। ਉਸ ਮੁਸਲਮਾਨ ਫਕੀਰ ਦੇ ਚੇਲੇ ਸਨ। ਉਹਦੀ ਦਰਗਾਹ 'ਤੇ ਜਾਣਾ, ਸੇਵਾ ਕਰਨੀ, ਮੱਥਾ ਟੇਕਣਾ, ਸਾਰੀ ਸੰਗਤ ਨੂੰ ਲੈ ਕੇ ਜਾਣਾ, ਪਿੰਡ ਦੇ ਲੋਕਾਂ ਨੂੰ ਲੈ ਕੇ ਜਾਣਾ। ਕਦੀ ਕਿਸੇ ਨੇ ਦੱਸ ਪਾਈ ਕਿ ਤੀਰਥਾ ਜੀ ਗੁਰੂ ਨਾਨਕ ਦੇਵ ਜੀ ਦੇ 5ਵੇਂ ਗੱਦੀ ਦੇ ਵਾਰਸ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਵਿੱਚ ਰਹਿੰਦੇ ਹਨ। ਕਦੀ ਤੁਸੀਂ ਉਹਨਾਂ ਦੇ ਦਰਸ਼ਨ ਕੀਤੇ ਹਨ? ਤਾਂ ਤੀਰਥਾ ਜੀ ਨੇ ਆਖਿਆ ਕਿ ਨਹੀਂ, ਮੈਂ ਤੁਹਾਡੇ ਕੋਲੋਂ ਪਹਿਲੀ ਵਾਰੀ ਸੁਣਿਆ ਹੈ। ਤਾਂ ਉਸ ਸ਼ਖਸ ਨੇ ਆਖਿਆ ਕਿ ਕਦੇ ਸਮਾਂ ਬਣੇ ਤਾਂ ਦਰਸ਼ਨ ਜ਼ਰੂਰ ਕਰਨੇ। ਸਮਾਂ ਬਣਿਆ, ਸੰਗਤ ਨੂੰ ਨਾਲ ਲੈ ਕੇ ਸਖੀ ਸਰਬਤ ਦੀ ਦਰਗਾਹ ਦੇ ਉੱਤੇ ਜਾ ਰਹੇ ਸਨ। ਰਾਹ ਦੇ ਵਿੱਚ ਅੰਮ੍ਰਿਤਸਰ ਸਿਫਤੀ ਦਾ ਘਰ ਰਸਤੇ ਦੇ ਵਿੱਚ ਆਉਂਦਾ ਸੀ। ਬਾਬਾ ਮੰਝ ਜੀ, ਜਿਨ੍ਹਾਂ ਦਾ ਪਹਿਲਾ ਨਾਮ ਤੀਰਥਾ ਜੀ ਸੀ, ਉਹ ਤੀਰਥਾ ਜੀ ਜਦੋਂ ਪਾਸ ਦੀ ਲੰਘਣ ਲੱਗੇ ਤਾਂ ਮਨ ਦੇ ਵਿੱਚ ਵਿਚਾਰ ਆਇਆ ਕਿ ਉਹਨਾਂ ਦਰਸ਼ਨ ਕਰ ਚਲੀਏ। ਸੰਗਤ ਨੂੰ ਕਿਤੇ ਲਾਂਭੇ ਠਹਿਰਾ ਕੇ ਆਪ ਚਲੇ ਗਏ। ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅੰਮ੍ਰਿਤਸਰ ਵਿੱਚ ਜਾ ਕੇ, ਤਾਂ ਦੇਖਦੇ ਸਾਰ ਮਨ ਨੂੰ ਠੰਡ ਪੈ ਗਈ। ਐਸੀ ਠੰਡ ਮਹਿਸੂਸ ਹੋਈ, ਐਸਾ ਸੁੱਖ ਮਹਿਸੂਸ ਹੋਇਆ, ਐਸਾ ਆਨੰਦ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਇੱਕ ਸ਼ੀਸ਼ੇ ਤੋਂ ਮੈਲ ਉਤਰ ਜਾਂਦੀ ਹੈ, ਇਸ ਤਰ੍ਹਾਂ ਪ੍ਰਤੀਤ ਹੋਇਆ। ਆਉਣ ਨੂੰ ਮੁੜ ਕੇ ਖਿਆਲ ਨਹੀਂ ਕੀਤਾ, ਸੇਵਾ ਦੇ ਵਿੱਚ ਜੁਟ ਗਏ। ਜਿਹੜੀ ਸੰਗਤ ਸੀ ਕੁਝ ਸਮਾਂ ਉਹਨਾਂ ਦੀ ਉਡੀਕ ਕਰਕੇ ਉੱਥੋਂ ਚਲੇ ਗਏ ਸਖੀ ਸਰਬਤ ਦੇ ਦਰਬਾਰ ਨੂੰ, ਪਰ ਬਾਬਾ ਮੰਝ ਜੀ ਉੱਥੇ ਹੀ ਟਿਕ ਗਏ। ਮੰਝ ਇਹਨਾਂ ਦਾ ਗੋਤ ਸੀ। ਕਾਫੀ ਸਮਾਂ ਸੇਵਾ ਕੀਤੀ। ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕੋਲ ਖਲੋ ਕੇ ਇੱਕ ਦਿਨ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ। ਤਾਂ ਗੁਰੂ ਸਾਹਿਬ ਦੇ ਮੁਖ ਤੋਂ ਇਹ ਨਿਕਲਿਆ ਕਿ ਮੰਝ ਸਿੱਖੀ ਤੇ ਸਿੱਖੀ ਟਿਕ ਨਹੀਂ ਸਕਦੀ, ਭਾਵ ਤੂੰ ਸਖੀ ਸਰਵਰ ਦਾ ਚੇਲਾ ਹੈ, ਇਸ ਕਰਕੇ ਅਸੀਂ ਤੈਨੂੰ ਉਪਦੇਸ਼ ਨਹੀਂ ਦੇ ਸਕਦੇ। ਫਿਰ ਕੀ ਸੀ, ਆਪਣੇ ਪਿੰਡ ਨੂੰ ਵਾਪਸ ਆਏ। ਜਿਹੜੀ ਘਰ ਦੇ ਵਿੱਚ ਸਖੀ ਸਰਵਰ ਦੀ ਜਗ੍ਹਾ ਬਣਾਈ ਹੋਈ ਸੀ, ਸਾਰੀ ਢਾਹ ਦਿੱਤੀ। ਹੋਰ ਵੀ ਨਿਸ਼ਾਨੀਆਂ ਸਾਰੀਆਂ ਮਿਟਾ ਦਿੱਤੀਆਂ।
ਥੋੜ੍ਹੇ ਸਮੇਂ ਦਾ ਬਾਅਦ ਕੀ ਹੋਇਆ ਵੀ ਬਾਬਾ ਮੰਝ ਜੀ ਦੇ ਜਿਹੜੇ ਪਸ਼ੂ ਸਨ ਉਹਨਾਂ ਦੀ ਵੀ ਮੌਤ ਹੋਣ ਲੱਗੀ। ਹੌਲੀ ਹੌਲੀ ਨੁਕਸਾਨ ਹੋਣ ਲੱਗ ਪਿਆ। ਜ਼ਮੀਨ ਦਾ ਵੀ ਨੁਕਸਾਨ ਹੋਇਆ, ਘਰ ਦਾ ਵੀ ਨੁਕਸਾਨ ਹੋਇਆ, ਪੈਸੇ ਧੇਲੇ ਦਾ ਵੀ ਨੁਕਸਾਨ ਹੋਇਆ। ਪਰ ਬਾਬਾ ਮੰਝ ਜੀ ਦੀ ਸੁਰਤੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਟਿਕ ਰਹੀ। ਸਾਰਾ ਕੁਛ ਢਾਹ ਢੂਹ ਕੇ ਬਾਬਾ ਮੰਝ ਜੀ ਫਿਰ ਮੁੜ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਚਲੇ ਗਏ। ਕਈ ਸਾਲ ਸੇਵਾ ਕੀਤੀ। ਇੱਕ ਦਿਨ ਬਾਬਾ ਮੰਝ ਜੀ ਨੂੰ ਪੁੱਛਦੇ ਹਨ ਗੁਰੂ ਅਰਜਨ ਦੇਵ ਜੀ, ਮੰਝ ਪ੍ਰਸ਼ਾਦਾ ਕਿੱਥੋਂ ਛਕਦਾ ਹੈ? ਅਤੇ ਬਾਬਾ ਮੰਝ ਜੀ ਨੇ ਉੱਤਰ ਦਿੱਤਾ ਕਿ ਮਹਾਰਾਜ ਆਪ ਜੀ ਦੇ ਲੰਗਰ ਦੇ ਵਿੱਚੋਂ ਛਕਦਾ ਹਾਂ। ਤਾਂ ਫਿਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਮੰਝ ਜੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਦਾ ਹੈ ਤਾਂ ਤੇਰੀ ਸੇਵਾ ਬਰਾਬਰ ਹੋ ਗਈ। ਜਿਤਨੇ ਤੂੰ ਸੇਵਾ ਕਰਦਾ ਹੈ ਉਤਨਾ ਖਾ ਲੈਂਦਾ ਹੈ। ਇਹ ਗੱਲ ਨੂੰ ਪੱਲੇ ਬੰਨ੍ਹ ਲਿਆ ਬਾਬਾ ਮੰਝ ਜੀ ਨੇ ਕਿ ਮੁੜ ਕੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਛਕਣਾ। 2 ਭਰੇ ਲੰਗਰ ਦੇ ਲੱਕੜਾਂ ਦੇ ਲਿਆਉਣੇ, ਇੱਕ ਬਾਜ਼ਾਰ ਦੇ ਵਿੱਚ ਵੇਚਣਾ, ਇੱਕ ਗੁਰੂ ਘਰ ਦੇ ਵਿੱਚ ਸੇਵਾ ਦੇ ਵਿੱਚ ਸਿੱਟਣਾ, ਲੰਗਰ ਬਣਨਾ, ਤਿਆਰ ਹੋਣਾ। ਕੁਝ ਸਮਾਂ ਲੰਘਿਆ। ਬਾਬਾ ਮੰਝ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਸਾਨੂੰ 21 ਰੁਪਇਆਂ ਦੀ ਲੋੜ ਹੈ। ਬਾਬਾ ਮੰਝ ਜੀ ਘਰ ਚਲੇ ਗਏ। ਜਾ ਕੇ ਦੇਖਿਆ ਕਿਸੇ ਪਾਸੋਂ ਵੀ 21 ਰੁਪਏ ਨਹੀਂ ਮਿਲੇ। ਸਭ ਪਿੰਡ ਦੇ ਲੋਕਾਂ ਨੇ ਜਵਾਬ ਦਿੱਤਾ ਕਿ ਤੂੰ ਸਖੀ ਸਰਵਰ ਦੀ ਜਗ੍ਹਾ ਨੂੰ ਲੱਤ ਮਾਰੀ ਹੈ, ਅਸੀਂ ਤੇਰੇ ਨਾਲ ਕੋਈ ਵਾਸਤਾ ਨਹੀਂ ਰੱਖਣਾ। ਸਭ ਮਿਲਣੇ ਬੰਦ ਹੋ ਗਏ। ਆਖਦੇ ਹਨ ਕਿ ਕਿਸੇ ਸ਼ਾਹੂਕਾਰ ਦੇ ਕੋਲ ਬਾਬਾ ਮੰਝ ਜੀ ਗਏ। ਸ਼ਾਹੂਕਾਰ ਨੇ ਵੀ ਇਨਕਾਰ ਕਰ ਦਿੱਤਾ। ਬਾਬਾ ਮੰਝ ਜੀ ਨੇ ਕਿਹਾ ਕਿ ਮੈਂ ਆਪਣੀ ਇਸਤਰੀ ਤੇਰੇ ਕੋਲ ਗਹਿਣੇ ਰੱਖਦਾ ਹਾਂ, ਇਹ ਤੂੰ ਰੱਖ ਲੈ, ਮੈਨੂੰ 21 ਰੁਪਏ ਦੇ ਦੇ। ਬਾਬਾ ਮੰਝ ਜੀ 21 ਰੁਪਏ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਚਲੇ ਗਏ। ਭੇਟ ਕੀਤੇ। ਗੁਰੂ ਸਾਹਿਬ ਜੀ ਕੁਛ ਬੋਲੇ ਨਹੀਂ। ਕੁਝ ਸਮਾਂ ਬੀਤਿਆ, ਫਿਰ ਕਿਹਾ ਕਿ 21 ਰੁਪਏ ਭਾਈ ਮੰਝ ਹੋਰ ਚਾਹੀਦੇ ਹਨ। ਫਿਰ ਗੁਰੂ ਅਰਜਨ ਦੇਵ ਜੀ ਦਾ ਹੁਕਮ ਮੰਨ ਕੇ ਭਾਈ ਮੰਝ ਜੀ ਮੁੜ ਕੇ ਆਏ ਆਪਣੇ ਪਿੰਡ ਨੂੰ। 21 ਰੁਪਏ ਕਿਤੋਂ ਆਧਾਰ ਲੈਣ ਦੀ ਕੋਸ਼ਿਸ਼ ਕੀਤੀ ਪਰ ਮਿਲੇ ਨਹੀਂ। ਉਸੇ ਸ਼ਾਹੂਕਾਰ ਕੋਲ ਮੁੜ ਕੇ ਚਲੇ ਗਏ ਜਿੱਥੇ ਉਹਨਾਂ ਦੀ ਇਸਤਰੀ ਸੀ। ਫਿਰ ਬਾਬਾ ਮੰਝ ਜੀ ਨੇ ਕਿਹਾ ਕਿ ਸ਼ਾਹੂਕਾਰ ਜੀ ਮੈਨੂੰ 21 ਰੁਪਏ ਦੇ ਦਿਓ, ਮੈਂ ਤੇਰੇ ਪਾਸ ਆਪਣੀ ਲੜਕੀ ਗਹਿਣੇ ਰੱਖਦਾ ਹਾਂ। ਇਹ ਕਹਿ ਕੇ 21 ਰੁਪਏ ਲੈ ਕੇ ਵਾਪਸ ਚਲੇ ਗਏ। ਉਸ ਸਮੇਂ 21 ਰੁਪਏ 21 ਲੱਖ ਦੇ ਬਰਾਬਰ ਹੋਇਆ ਕਰਦੇ ਸਨ। ਜਦੋਂ ਮੁੜ ਕੇ ਗਏ ਤਾਂ ਫਿਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਭੇਟ ਕੀਤੇ। ਉਸ ਤੋਂ ਬਾਅਦ ਫਿਰ ਸੇਵਾ ਸ਼ੁਰੂ ਕਰ ਦਿੱਤੀ। ਇੱਕ ਦਿਨ ਜੰਗਲ ਦੇ ਵਿੱਚੋਂ ਲੱਕੜਾਂ ਲਿਆ ਰਹੇ ਹਨ। ਮੰਦੇਰੀ ਤੂਫਾਨ ਚੜ੍ਹਿਆ। ਲੱਕੜਾਂ ਦੀ ਪਣ ਸਿਰ ਦੇ ਉੱਤੇ ਹੈ। ਨੇਰੀ ਨੇ ਚੱਕ ਕੇ ਬਾਬਾ ਮੰਝ ਜੀ ਨੂੰ ਇੱਕ ਖੂਹ ਦੇ ਵਿੱਚ ਸਿੱਟ ਦਿੱਤਾ, ਜਿਸ ਦੇ ਵਿੱਚ ਥੱਲੇ ਥੋੜ੍ਹਾ ਪਾਣੀ ਸੀ। ਡਿੱਗਦੇ ਡਿੱਗਦੇ ਬਾਬਾ ਮੰਝ ਜੀ ਆਪਣੇ ਬਾਲਣ ਨੂੰ ਸੰਭਾਲ ਲਿਆ, ਖੂਹ ਦੇ ਵਿੱਚ ਖੜ੍ਹੇ ਹੋ ਗਏ। ਲੱਕੜਾਂ ਦੀ ਪਣ ਸਿਰ 'ਤੇ ਹੈ। ਗੁਰੂ ਦਾ ਜਾਪ ਜਪ ਰਹੇ ਹਨ। ਰਾਹੀ ਮੁਸਾਫਰ ਕੋਲ ਦੀ ਲੰਘੇ, ਉੱਥੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਜਦ ਦੇਖਿਆ ਕਿ ਭਾਈ ਸਾਹਿਬ ਜੀ ਲੱਕੜਾਂ ਲੈ ਕੇ ਖੜ੍ਹੇ ਹਨ, ਖੂਹ ਦੇ ਵਿੱਚ ਡਿੱਗੇ ਹੋਏ ਹਨ। ਜਾ ਕੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦੇ ਵਿੱਚ ਉਹਨਾਂ ਬੰਦਿਆਂ ਨੇ ਕਿਹਾ ਕਿ ਮਹਾਰਾਜ ਤੁਹਾਡਾ ਇੱਕ ਸਿੱਖ ਖੂਹ ਦੇ ਵਿੱਚ ਡਿੱਗ ਪਿਆ ਹੈ। ਅੰਦਰੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਗੁਰੂ ਸਾਹਿਬ ਨੇ ਜਿਉਂ ਹੀ ਸੁਣਿਆ, ਨੰਗੇ ਪੈਰ ਉੱਥੋਂ ਚੱਲ ਪਏ ਤੇਜ਼ ਤੇਜ਼।
ਕਿਹਾ ਕਿ ਰੱਸਾ ਲਿਆਓ। ਜਦੋਂ ਰੱਸਾ ਲੈ ਕੇ ਸਿੱਖ ਉੱਥੇ ਪਹੁੰਚੇ ਗੁਰੂ ਸਾਹਿਬ ਦੇ ਨਾਲ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਮੰਝ, ਇਹ ਲੱਕੜਾਂ ਦੀ ਪੰਡ ਸਿੱਟ ਕੇ ਇਹ ਰੱਸੇ ਨੂੰ ਪਕੜ ਕੇ ਉੱਤੇ ਆ ਜਾਓ। ਅਤੇ ਮੰਝ ਜੀ ਨੇ ਕਿਹਾ ਕਿ ਲੱਕੜੀਆਂ ਗਿੱਲੀਆਂ ਹੋ ਜਾਣਗੀਆਂ ਮਹਾਰਾਜ, ਪਹਿਲਾਂ ਲੱਕੜੀਆਂ ਨੂੰ ਕੱਢੋ। ਲੱਕੜੀਆਂ ਕੱਢੀਆਂ ਗਈਆਂ। ਬਾਅਦ ਦੇ ਵਿੱਚ ਬਾਬਾ ਮੰਝ ਜੀ ਉੱਪਰ ਆਏ। ਗੁਰੂ ਸਾਹਿਬ ਨੇ ਬਾਬਾ ਮੰਝ ਜੀ ਨੂੰ ਆਪਣੀ ਛਾਤੀ ਦੇ ਨਾਲ ਲਗਾ ਲਿਆ ਅਤੇ ਇਹ ਵਰ ਦਿੱਤਾ ਸੀ, ਮੰਝ ਪਿਆਰਾ ਗੁਰੂ ਕੋ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬਹੁਤਾ ਜਗ ਲੰਘਣਹਾਰਾ। ਪਿਆਰੀ ਸਾਧ ਸੰਗਤ, ਇਹ ਜੋ ਬਾਬਾ ਮੰਝ ਜੀ ਦਾ ਇਤਿਹਾਸ ਹੈ, ਇਹ ਪਿੰਡ ਕੰਗਮਾਈ ਦੇ ਵਿੱਚ ਬਾਬਾ ਮੰਝ ਜੀ ਬਹੁਤ ਸਮਾਂ ਰਹੇ। ਗੁਰੂ ਅਰਜਨ ਦੇਵ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਉਹਨਾਂ ਨੂੰ ਲੋਹ ਬਖਸ਼ੀ ਸੀ ਕਿ ਜਾਓ ਦੁਆਬੇ ਦੇ ਵਿੱਚ ਜਾ ਕੇ ਲੰਗਰ ਲਗਾਓ, ਸੰਗਤ ਦੀ ਸੇਵਾ ਕਰੋ ਅਤੇ ਸੰਗਤ ਨੂੰ ਉਪਦੇਸ਼ ਦੇਵੋ ਅਤੇ ਤਾਰੋ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਗੁਰੂ ਸਾਹਿਬ ਬਾਬਾ ਮੰਝ ਜੀ ਪਿੰਡ ਕੰਗਮਾਈ ਆ ਕੇ ਵਸਾਇਆ। ਇੱਥੇ ਆ ਕੇ ਮੁੜੀ ਗੱਡੀ ਅਤੇ ਅੱਜ ਵੀ ਗੁਰੂ ਅਰਜਨ ਦੇਵ ਜੀ ਦੇ ਹੱਥਾਂ ਦੀ ਦਿੱਤੀ ਹੋਈ ਲੋਹ ਪਿੰਡ ਕੰਗਮਾਈ ਦੇ ਗੁਰਦੁਆਰਾ ਸਾਹਿਬ ਦੇ ਵਿੱਚ, ਬਾਬਾ ਮੰਝ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਵਿੱਚ ਸੁਸ਼ੋਭਿਤ ਹੈ। ਉਸ ਤੋਂ ਬਾਅਦ ਮਾਤਾ ਗਣੇਸ਼ੋ ਜੀ, ਮਾਤਾ ਬਸੰਤ ਕੌਰ ਜੀ, ਬੀਬੀ ਪਾਨ ਕੌਰ ਜੀ, ਇਹ ਗੱਦੀ ਚੱਲੀ। ਬਾਬਾ ਮੰਝ ਜੀ ਨੇ ਇਹ ਵਰ ਦਿੱਤਾ ਸੀ ਕਿ ਇੱਥੇ ਕੁੜੀਆਂ ਚਿੜੀਆਂ ਰਾਜ ਕਰਨਗੀਆਂ। ਸੋ ਅੱਜ ਵੀ ਜਿਤਨੇ ਵੀ ਮਹੰਤ ਹੋਏ ਹਨ, ਉਹਨਾਂ ਦੀਆਂ ਘਰ ਵਾਲੀਆਂ ਇੱਥੇ ਰਾਜ ਕਰਦੀਆਂ ਹਨ, ਉਹਨਾਂ ਨੂੰ ਗੱਦੀ ਬਖਸ਼ੀ ਹੈ। ਸੋ ਪਿਆਰੀ ਸਾਧ ਸੰਗਤ, ਇਸ ਦਾ ਭਾਵ ਇਹ ਹੈ ਕਿ ਜਦੋਂ ਕੋਈ ਕਿਸੇ ਦੇ ਲੜ ਲੱਗ ਜਾਵੇ, ਜਦੋਂ ਕਿਸੇ ਨੂੰ ਕੋਈ ਮਾਲਕ ਬਣਾ ਲਵੇ, ਭਾਈ ਗੁਰਦਾਸ ਜੀ ਦੀ ਬਾਰ ਆਖਦੀ ਹੈ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ। ਇਨਸਾਨ ਦੀਆਂ ਦੋ ਦ੍ਰਿਸ਼ਟੀਆਂ ਹੁੰਦੀਆਂ ਹਨ, ਇੱਕ ਮਾਇਆਕਾਰ ਦ੍ਰਿਸ਼ਟੀ ਹੁੰਦੀ ਹੈ, ਦੂਸਰੀ ਪਰਮੇਸ਼ਰਾਕਾਰ ਦ੍ਰਿਸ਼ਟੀ ਹੁੰਦੀ ਹੈ। ਸੰਸਾਰੀ ਲੋਕਾਂ ਦੀ ਮਾਇਆਕਾਰ ਦ੍ਰਿਸ਼ਟੀ ਹੈ। ਜਿਹੜੇ ਆਤਮਿਕ ਦ੍ਰਿਸ਼ਟੀ ਵਾਲੇ ਲੋਕ ਹਨ, ਉਹਨਾਂ ਦੀ ਚਾਲ ਢਾਲ ਅਲੱਗ ਹੁੰਦੀ ਹੈ। ਇਹ ਸੰਸਾਰ ਨੂੰ ਉਜਾੜ ਕੇ ਆਪਣੇ ਆਪ ਨੂੰ ਗੁਰੂ ਦੇ ਭੇਟ ਕਰਕੇ, ਗੁਰੂ ਦੇ ਲੜ ਲਗਾ ਕੇ ਸਾਰਾ ਕੁਝ ਉਸ ਤੋਂ ਕੁਰਬਾਨ ਕੀਤਾ ਜਾਂਦਾ ਹੈ। ਪਰਮੇਸ਼ਰ ਦੇ ਨਾਮ ਦੀ ਟਕਾਈ ਮਨ ਦੇ ਵਿੱਚ ਤਾਂ ਹੁੰਦੀ ਹੈ, ਮੈਂ ਮੇਰੀ ਦੀ ਗੰਢ ਦੇ ਵਿੱਚ ਸੰਸਾਰ ਵੱਝਿਆ ਪਿਆ ਹੈ। ਮਾਇਆ ਸੁਤ ਦਾਰਾ ਜਗਤ ਪਿਆਰਾ, ਚੋ ਚੁਗੇ ਨਿਤ ਫਾਸੇ। ਮਾਇਆ ਨਾਲ ਪਿਆਰ ਜ਼ਿਆਦਾ ਹੈ। ਜੇਕਰ ਮਾਇਆ ਕਿਤੇ ਕੋਲੋਂ ਚਲੇ ਜਾਵੇ, ਜਾਂ ਕਿਤੇ ਬੰਦਾ ਦਾਨ ਵੀ ਕਰ ਦੇਵੇ, ਜਾਂ ਕਿਤੇ ਸੇਵਾ ਕਰ ਦੇਵੇ, ਮਨ ਦੇ ਵਿੱਚ ਬਹੁਤ ਅਛਾਲੇ ਆਉਂਦੇ ਹਨ, ਕਲਪਨਾਵਾਂ ਆਉਂਦੀਆਂ ਹਨ, ਕਿਉਂਕਿ ਧਨ ਇਕੱਠਾ ਕਰਨਾ ਬੜਾ ਮੁਸ਼ਕਿਲ ਹੈ। ਜੇ ਕਿਸੇ ਦੀ ਸੇਵਾ ਦੇ ਵਿੱਚ ਲਾਉਣਾ ਅਤੇ ਉਹਦੇ ਨਾਲੋਂ ਵੀ ਔਖਾ ਹੈ। ਰਾਤਾਂ ਨੂੰ ਕਈ ਵਾਰ ਨੀਂਦ ਨਹੀਂ ਆਉਂਦੀ, ਕਿਤਨੇ ਪੈਸੇ ਕੋਲੋਂ ਚਲੇ ਗਏ। ਪਰ ਜਿਹੜੇ ਗੁਰੂ ਘਰ ਨੂੰ ਗਏ, ਸ਼ੁਭ ਕਰਮਾਂ ਦੇ ਉੱਤੇ ਲੱਗੇ, ਸ਼ਾਇਦ ਪਤਾ ਨਹੀਂ ਕਿਤਨਾ ਆਤਮਿਕ ਸੁੱਖ ਦੇਣ। ਪਰ ਜੇ ਨਿਸ਼ਕਾਮ ਸੇਵਾ ਹੋਵੇ ਤਾਂ, ਜੇ ਕਾਮਨਾ ਸਹਿਤ ਹੈ ਤਾਂ ਫਿਰ ਉਹਦਾ ਉਹ ਫਲ ਮਿਲ ਜਾਵੇਗਾ, ਤਾਂ ਬਾਅਦ ਦੇ ਵਿੱਚ ਉਹ ਫਲ ਨਸ਼ਟ ਹੋ ਜਾਵੇਗਾ। ਸੋ ਪਿਆਰੀ ਸਾਧ ਸੰਗਤ, ਬਾਬਾ ਮੰਝ ਜੀ ਨੇ ਆਪਣਾ ਆਪ ਵੇਚ ਕੇ, ਆਪਣੇ ਘਰ ਵਾਲੀ ਨੂੰ ਗਹਿਣੇ ਰੱਖ ਕੇ, ਆਪਣੀ ਧੀ ਨੂੰ ਗਹਿਣੇ ਰੱਖ ਕੇ ਗੁਰੂ ਸਾਹਿਬ ਦੀ ਅਨੰਨ ਭਗਤੀ ਕੀਤੀ, ਉਹਨਾਂ ਦਾ ਹੁਕਮ ਮੰਨਿਆ। ਇਸ ਕਰਕੇ ਗੁਰੂ ਦਾ, ਮਹਾਂਪੁਰਖਾਂ ਦਾ ਹੁਕਮ ਜਿਹੜਾ ਬੜਾ ਔਖਾ ਹੁੰਦਾ ਹੈ। ਬੋਲ ਨਿਭਾਉਣੇ ਕੋਈ ਨਿਭਾਉਂਦਾ ਹੈ, ਪਰ ਹੰਕਾਰ ਨਾ ਹੋਵੇ ਵਿੱਚ, ਮੈਂ ਕੀਤਾ ਹੈ। ਜੇਕਰ ਨਿਰਮੋਹ ਹੋ ਕੇ, ਨਿਰਵਾਸ਼ਨਕ ਹੋ ਕੇ ਇਹ ਕੰਮ ਕਰੇ, ਤਾਂ ਪਰਮੇਸ਼ਰ ਦੇ ਨਾਮ ਦੇ ਨਜ਼ਦੀਕ
ਉਹ ਜਾਂਦਾ ਹੈ ਅਤੇ ਉਸ ਦੀ ਕਲਿਆਣ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।